ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਤੇ ਮੈਂ ਰਾਜਕਰਮਵੀਰ ਸਿੰਘ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਤੇ ਜੀ ਅੱਜ ਦਾ ਦਿਨ ਖਾਸ ਦਿਨ, ਆਪਾਂ ਖਾਸ ਮੁਲਾਕਾਤ ਦੇ ਵਿੱਚ ਜੁੜਨ ਜਾ ਰਹੇ ਹਾਂ ਸਰਦਾਰ ਗੁਰਿੰਦਰ ਸਿੰਘ ਕੋਟਕਪੁਰਾ ਹੁਣਾਂ ਨੂੰ, ਜੋ ਕਿ ਰੋਜ਼ਾਨਾ ਸਪੋਕਸਮੈਨ ਜੋ ਪੰਜਾਬ ਦੇ ਵਿੱਚ ਇੱਕ ਅਖਬਾਰ ਆ ਉਹਨਾਂ ਦੇ ਨਾਲ ਇੱਕ ਰਿਪੋਰਟਰ ਵੀ ਨੇ ਤੇ ਹੋਰ ਵੀ ਵਿਦੇਸ਼ਾਂ ਦੇ ਮੀਡੀਆ ਦੇ ਨਾਲ ਜੁੜੇ ਹੋਏ ਨੇ। ਤੇ ਇਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਤੇ ਸਭ ਤੋਂ ਪਹਿਲਾਂ ਅਸੀਂ ਸਰਦਾਰ ਗੁਰਿੰਦਰ ਸਿੰਘ ਹੁਣਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਜਿਹੜਾ ਅੱਜ ਫੇਸਬੁੱਕ ਦੇ ਉੱਪਰ ਇੱਕ ਤੁਸੀਂ ਆਰਟੀਕਲ ਪਾਇਆ ਵੀ 18 ਸਤੰਬਰ ਨੂੰ ਹੋਵੇਗਾ ਬਹੁਤ ਵੱਡਾ ਅਨਰਥ, ਪੰਥ ਦਰਦੀ ਤੇ ਸਿੱਖ ਚਿੰਤਕ ਬੇਵਸ ਲਾਚਾਰ ਹੋ ਕੇ ਕੋਸਣਗੇ ਆਪਣੀ ਕਿਸਮਤ, ਇਹਦੇ ਬਾਰੇ ਥੋੜ੍ਹੀ ਜਿਹੀ ਵਿਸਤਾਰ ਸਹਿਤ ਸਾਡੇ ਸਰੋਤਿਆਂ ਨੂੰ ਦੱਸੋ। ਵੀਰ ਜੀ, ਇਸ ਤਰ੍ਹਾਂ ਹੈ, ਪਿਛਲੇ ਲੰਮੇ ਸਮੇਂ ਤੋਂ ਜਿਹੜੇ ਪੰਥ ਦਰਦੀ ਨੇ ਇਹੀ ਰੌਲਾ ਪਾਉਂਦੇ ਆ ਰਹੇ ਨੇ ਕਿ ਜਿਹੜੇ ਆਪਣੇ ਪਵਿੱਤਰ ਗੁਰਦੁਆਰੇ ਨੇ ਗੁਰੂ ਸਾਹਿਬਾਨਾਂ ਦੀ ਯਾਦਗਾਰ, ਉਹਨਾਂ ਗੁਰਦੁਆਰਿਆਂ ਤੇ ਮਸੰਦਾਂ ਦਾ ਕਬਜ਼ਾ ਹੋ ਗਿਆ ਤੇ ਉਹ ਮਸੰਦ ਅੱਜ ਉਹ ਪੰਥ ਦੇ ਘਾਣ ਕਰਨ ਵਾਲੀਆਂ ਕਰਤੂਤਾਂ ਹਰਕਤਾਂ ਕਰ ਰਹੇ ਨੇ, ਜਿਨ੍ਹਾਂ ਨੂੰ ਦੇਖ ਕੇ ਸਿੱਖ ਚਿੰਤਕ ਪੰਥ ਦਰਦੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਤੇ ਬੇਚੈਨੀ ਵੱਧ ਜਾਂਦੀ ਹੈ। ਪਰ ਅੱਜ ਜਦੋਂ ਢੁਕਵਾਂ ਮੌਕਾ ਆਇਆ ਉਹਨਾਂ ਮਸੰਦਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦਾ, ਤਾਂ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਪੰਥ ਦਰਦੀ ਸਿੱਖ ਚਿੰਤਕਾਂ ਦੀਆਂ ਕੋਸ਼ਿਸ਼ਾਂ ਰੰਗ ਨਹੀਂ ਲਿਆ ਸਕੀਆਂ ਤੇ ਪੰਥਕ ਮੋਰਚਾ ਜਾਂ ਅਕਾਲੀ ਦਲ ਮਾਨ, ਪੀਰ ਮੁਹੰਮਦ ਵਰਗੇ ਜਿਹੜੇ ਪਹਿਲਾਂ ਰੌਲਾ ਪਾਉਂਦੇ ਸੀ ਕਿ ਅਸੀਂ ਪੰਥਕ ਏਕਤਾ ਦਿਖਾਵਾਂਗੇ ਤੇ ਗੁਰਦੁਆਰੇ ਆਜ਼ਾਦ ਕਰਾਵਾਂਗੇ, ਅੱਜ ਉਹਨਾਂ ਦੀ ਪਾਟੋ ਤਾੜ ਕਰਕੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਕਰਕੇ ਫਿਰ ਬਾਦਲ ਦਲ ਦੇ ਉਮੀਦਵਾਰਾਂ ਨੂੰ ਥਾਲੀ 'ਚ ਪਰੋਸ ਕੇ ਜਿੱਤ ਦਿੱਤੀ ਜਾ ਰਹੀ ਹੈ, ਜਿਹਦੇ ਬਾਰੇ ਬੜਾ ਬੇਚੈਨੀ ਮਹਿਸੂਸ ਹੋ ਰਹੀ ਹੈ। ਹਾਂਜੀ ਵੀਰ ਜੀ, ਇਹਦੇ ਨਾਲ ਹੀ ਦੱਸ ਦਈਏ ਆਪਣੇ ਸਰੋਤਿਆਂ ਨੂੰ, ਜਿਹੜੀ SGPC ਦੀ ਇਲੈਕਸ਼ਨ ਹੋ ਰਹੀ ਇਹਦੇ ਟੋਟਲ 170 ਮੈਂਬਰ ਆ। ਹਾਂਜੀ ਜੀ, ਹਾਂਜੀ 117 ਦੇ ਵਿੱਚੋਂ 157 ਪੰਜਾਬ ਤੋਂ ਆ ਤੇ 8 ਹਰਿਆਣੇ ਤੋਂ, 9 ਹਰਿਆਣੇ ਤੋਂ। ਹਾਂਜੀ, ਤੇ ਬਾਕੀ 11 ਹਰਿਆਣੇ ਤੋਂ, ਇੱਕ ਚੰਡੀਗੜ੍ਹ ਤੋਂ ਤੇ ਇੱਕ ਹਿਮਾਚਲ ਤੋਂ। ਸੋ ਤੁਸੀਂ ਸਰਵੇ ਕੀਤਾ ਆ, ਉਹਦੇ ਵਿੱਚ ਤੁਸੀਂ ਜਿਹੜੀ ਆ ਉਹ ਡਿਟੇਲ 'ਚ ਸਾਨੂੰ ਦੱਸੋ ਵੀ ਜਿਹੜੇ ਸਰਵੇ ਦੇ ਵਿੱਚ ਜਿੰਨੇ ਕੁ ਜਿਹੜੇ ਖੜੇ ਆ ਉਮੀਦਵਾਰ ਉਹਨਾਂ ਬਾਰੇ, ਵੀ ਕਿੰਨਿਆਂ ਨੇ ਦਾੜੀਆਂ ਰੰਗੀਆਂ ਆ, ਕਿੰਨੇ ਕੁ ਜਿਹੜੇ ਆ ਉਹ ਅਪਰਾਧਿਕ ਮਾਮਲਿਆਂ 'ਚ ਸਾਹਮਣਾ ਕਰ ਰਹੇ ਆ, ਜਾਂ ਜਿਹੜੇ ਜਿਹਨੀ ਅੰਮ੍ਰਿਤ ਨਹੀਂ ਛਕਿਆ ਉੱਦਾਂ ਹੀ ਗਾਤਰਾ ਪਾਇਆ ਆ, ਜਾਂ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਪਤਿਤ ਹੈਗੇ ਆ, ਜਾਂ ਉਹ ਨਸ਼ਾ ਕਰਦੇ ਆ। ਇਹਨਾਂ ਚੋਂ ਵੀਰ ਜੀ ਜ਼ਿਆਦਾਤਰ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਸੰਬੰਧ ਬਾਦਲ ਦਲ ਨਾਲ ਹੈ। ਹਾਂਜੀ, ਅੱਜ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬਾਦਲ ਦਲ ਦੀ ਜਿਹੜੀ ਤਾਰ ਹਿਲਦੀ ਹੈ ਉਹ RSS ਰਾਹੀਂ ਹਿਲਦੀ ਹੈ। ਜੋ RSS ਵੱਲੋਂ ਹਦਾਇਤ ਜਾਰੀ ਕੀਤੀ ਜਾਂਦੀ ਹੈ, ਹੁਕਮ ਜਾਰੀ ਹੁੰਦਾ, ਉਹਦੇ ਮੁਤਾਬਕ ਹੀ ਇਹਨਾਂ ਵੱਲੋਂ ਭਾਵੇਂ ਸਿੱਖ ਯੂਨੀਵਰਸਿਟੀਆਂ ਦੇ ਕਿਸੇ ਪ੍ਰੋਫੈਸਰ ਨੂੰ ਲਾਉਣ ਦਾ ਮਾਮਲਾ ਹੋਵੇ, VC ਨੂੰ ਲਾਉਣ ਦਾ ਮਾਮਲਾ ਹੋਵੇ, ਉਹ ਇਹਨਾਂ ਦੇ ਵੱਸ ਕੋਈ ਨਹੀਂ। ਭਾਵੇਂ ਪੰਜਾਂ ਤਖ਼ਤਾਂ ਦੇ ਜਥੇਦਾਰ ਨੇ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਨੇ, ਦਮਦਮੀ ਟਕਸਾਲ ਸਾਡੀ ਕਿੰਨੀ ਸਤਿਕਾਰਤ ਸੰਸਥਾ ਸੀ। ਆਪਾਂ ਗੱਲ ਆਈ ਵੀਰ ਜੀ ਸ਼੍ਰੋਮਣੀ ਕਮੇਟੀ ਉਮੀਦਵਾਰਾਂ ਵਾਲੇ ਪਾਸੇ, ਸੌਰੀ ਮੈਂ ਵਿਸ਼ੇ ਤੋਂ ਭਟਕ ਗਿਆ ਸੀ। ਹਾਂਜੀ, ਦਮਦਮੀ ਟਕਸਾਲ ਦੇ ਨਾਲ ਹੀ ਐਡ ਕਰ ਦਈਏ ਜਿਹੜਾ ਸੰਤਾਂ ਦਾ ਜਿਹੜਾ ਸਾਰਾ ਆਪਾਂ ਜਿਹੜੇ ਮੈਜੋਰਟੀ ਆ ਉਹ ਵੀ ਬਾਦਲ ਦੀ ਝੋਲੀ ਦੇ ਵਿੱਚ ਚਲੇ ਗਏ ਆ। ਅਸੀਂ ਵੀਰ ਜੀ ਸਾਧ ਯੂਨੀਅਨ ਬੋਲਦੇ ਹਾਂ। ਹਾਂਜੀ, ਸਾਧ ਯੂਨੀਅਨ ਦਾ ਸੰਬੰਧ ਹੈ ਜਿਹੜੇ ਡੇਰੇਦਾਰ, ਸੰਤ, ਮਹੰਤ ਤੇ ਸੰਪਰਦਾਈ। ਹਾਂਜੀ, ਇਹਨਾਂ ਲੋਕਾਂ ਨੇ ਸਿੱਖ ਰਹਿਤ ਮਰਿਆਦਾ ਦਾ ਬਾਈਕਾਟ ਕੀਤਾ ਹੋਇਆ, ਇੱਥੋਂ ਤੱਕ ਕਿ ਸਿੱਖ ਰਹਿਤ ਮਰਿਆਦਾ ਨੂੰ ਅੰਗੂਠਾ ਦਿਖਾਇਆ ਹੋਇਆ। ਹਾਂਜੀ, ਸਮੇਂ ਇਹਨਾਂ ਦੇ ਡੇਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਦਾ ਘਾਣ ਕੀਤਾ ਜਾਂਦਾ ਹੈ, ਭਾਵੇਂ ਉੱਥੇ ਹਵਨ ਹੋਣ, ਸ਼ਿਵਲਿੰਗ ਦੀ ਪੂਜਾ ਹੋਵੇ, ਜਗਰਾਤੇ ਹੋਣ ਜਾਂ ਚਾਲੀਸਾ ਕੱਟੇ ਜਾਣ। ਹਾਂਜੀ, ਉਹਨਾਂ ਰਾਹੀਂ ਸਿੱਖ ਰਹਿਤ ਮਰਿਆਦਾ ਨੂੰ ਜਿਹੜੇ ਅੰਗੂਠਾ ਦਿਖਾਉਂਦੇ ਨੇ, ਭਾਵੇਂ ਉਹਨਾਂ ਨੇ ਪਿਛਲੇ ਦਿਨੀ ਮੂਲ ਨਾਨਕਸ਼ਾਹੀ ਕੈਲੰਡਰ ਦਾ ਵੀ ਕਤਲ ਕਰਤਾ। ਹਾਂਜੀ, ਉਹਨਾਂ ਨੂੰ 30 ਸੀਟਾਂ ਦਿੱਤੀਆਂ ਗਈਆਂ ਨੇ ਜਿਹੜੀਆਂ ਬਹੁਤ ਅਫਸੋਸਨਾਕ ਨੇ। ਵੀਰ ਜੀ, ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀ ਨਾ ਵੀ ਕਿੰਨੇ ਉਮੀਦਵਾਰ ਨੇ ਜਿਹੜੇ ਸਿੱਖ ਰਹਿਤ ਮਰਿਆਦਾ ਦੇ ਉਲਟ ਚੱਲਦੇ ਰਹੇ ਨੇ, ਚੱਲ ਰਹੇ ਨੇ, ਜਾਂ ਭਵਿੱਖ 'ਚ ਵੀ ਉਹਨਾਂ ਤੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਚੱਲਣਗੇ। ਹਾਂਜੀ, ਉਹਨਾਂ ਤੋਂ ਵੀਰ ਜੀ ਜਿਹੜੇ 14 ਉਮੀਦਵਾਰ ਇਹੋ ਜਿਹੇ ਨੇ ਜਿਹੜੇ ਦਾੜੀ ਰੰਗਦੇ ਨੇ। ਹਾਂਜੀ, 17 ਉਮੀਦਵਾਰ ਅਜਿਹੇ ਨੇ ਜਿਹੜੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੇ ਅਦਾਲਤਾਂ 'ਚ ਅੱਜ ਵੀ। ਹਾਂਜੀ, ਬਿਨਾਂ ਅੰਮ੍ਰਿਤ ਛਕੇ ਬਾਹਰੋਂ ਗਾਤਰੇ ਜਿਨ੍ਹਾਂ ਨੇ ਪਾਏ ਨੇ ਉਹ 14 ਉਮੀਦਵਾਰ ਨੇ, ਤੇ ਪਤਿਤ ਔਲਾਦ ਦੇ ਮਾਤਾ ਪਿਤਾ
ਭਾਵੇਂ ਉਹ ਔਰਤ ਲਈ ਰਾਖਵੀਂ ਸੀਟ ਹੈ ਜਾਂ ਜਨਰਲ ਸੀਟ ਹੈ ਜੈਂਟਸ ਲਈ, ਉਹਨਾਂ ਦੇ 68 ਉਮੀਦਵਾਰ ਨੇ। ਇਹਨਾਂ ਤੋਂ ਵੀਰ ਜੀ ਆਪਾਂ ਦੂਰ ਨਾ ਜਾਈਏ, ਸਾਡੇ ਸਿਰਫ ਫਰੀਦਕੋਟ ਤੇ ਮੁਕਤਸਰ 2 ਜ਼ਿਲ੍ਹਿਆਂ ਚੋਂ ਮੈਂ 3 ਉਮੀਦਵਾਰ ਨੇ ਅਜਿਹੇ ਜਿਨ੍ਹਾਂ ਦਾ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਪਰ ਉਹਨਾਂ ਬਾਰੇ ਮੈਂ ਇਹਨਾਂ ਦੱਸ ਦਿੰਦਾ ਕਿ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਸਮੇਤ ਉਦੋਂ ਖਬਰਾਂ ਪ੍ਰਕਾਸ਼ਿਤ ਹੋਈਆਂ ਜਦੋਂ ਉਹਨਾਂ ਦੀ ਔਲਾਦ ਦੀ ਕਿਸੇ ਮੈਰਿਜ ਦੇ ਸੰਬੰਧ 'ਚ, ਭਾਵੇਂ ਉਹਨਾਂ ਦੀ ਧੀ ਦਾ ਵਿਆਹ ਸੀ ਤੇ ਭਾਵੇਂ ਪੁੱਤ ਦਾ। ਇੱਕ ਦੀ ਧੀ ਦੇ ਵਿਆਹ ਮੌਕੇ ਮੀਟ ਸ਼ਰਾਬ ਅੰਡਾ ਆਮ ਚੱਲਿਆ, ਲੱਚਰ ਗਾਣੇ ਚੱਲੇ। ਉਹ ਚਲੋ ਜੇਕਰ ਇਹ ਕਹਿੰਦੇ ਨੇ ਬਈ ਔਲਾਦ ਅੱਜ ਕੱਲ੍ਹ ਆਖੇ ਨਹੀਂ ਲੱਗਦੀ। ਉਸ ਤੋਂ ਬਿਨਾਂ ਜਿਹੜੀ ਹੋਰ ਅਫਸੋਸਨਾਕ ਗੱਲ ਹੈ ਕਿ ਹੋਰ ਸਟਾਲਾਂ ਦੇ ਨਾਲ ਨਾਲ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਦੇ ਬੇਟੇ ਦੀ ਮੈਰਿਜ ਵਿੱਚ ਤੰਬਾਕੂ ਦੀ ਸਟਾਲ ਵੀ ਲੱਗੀ ਸੀ, ਜਿਹਦੇ ਬਾਰੇ ਸਪੋਕਸਮੈਨ 'ਚ ਖਬਰਾਂ ਲੱਗਦੀਆਂ ਰਹੀਆਂ। ਅੱਜ ਉਹ ਵੀ ਉਮੀਦਵਾਰ ਹੈ। ਇੱਕ ਇਹੋ ਜਿਹੇ ਉਮੀਦਵਾਰ ਦੀ ਬੇਟੀ ਦੇ ਵਿਆਹ ਵੇਲੇ ਉਹਦਾ ਜਵਾਈ ਆਨੰਦ ਕਾਰਜਾਂ ਤੋਂ ਬਾਅਦ ਪਹਿਲਾਂ ਨਾਈ ਕੋਲ ਗਿਆ, ਨਾਈ ਕੋਲ ਉਹਨੇ ਹਜਾਮਤ ਕਰਾਈ, ਉਸ ਤੋਂ ਬਾਅਦ ਟੈਂਟ 'ਚ ਆ ਕੇ ਪੈਲਸ 'ਚ ਆ ਕੇ ਉਸ ਸੀਟ ਤੇ ਬਿਰਾਜਮਾਨ ਹੋਇਆ ਜਿੱਥੇ ਇਹਨਾਂ ਨੇ ਤਸਵੀਰਾਂ ਖਿਚਵਾਉਣੀਆਂ ਸੀ। ਇਹ ਚੀਜ਼ਾਂ ਸਾਰੀਆਂ ਰੋਜ਼ਾਨਾ ਸਪੋਕਸਮੈਨ 'ਚ ਮੇਰੇ ਵੱਲੋਂ ਹੀ ਲੱਗਦੀਆਂ ਰਹੀਆਂ ਨੇ, ਤਸਵੀਰਾਂ ਸਮੇਤ ਖਬਰਾਂ। ਪਰ ਅਫਸੋਸ ਉਸ ਦੇ ਬਾਵਜੂਦ ਉਹਨਾਂ ਉਮੀਦਵਾਰਾਂ ਨੂੰ ਦੁਬਾਰਾ ਫੇਰ ਟਿਕਟਾਂ ਦੇ ਦਿੱਤੀਆਂ ਗਈਆਂ। ਇਹ ਕੋਈ ਇੱਕ ਮਾਮਲਾ ਨਹੀਂ, ਦਰਜਨਾਂ ਇਹੋ ਜਿਹੇ ਮਾਮਲੇ ਨੇ। ਅਗਲੀ ਗੱਲ ਹੈ ਵੀਰ ਜੀ, ਜਿਹੜੀ 32 ਉਮੀਦਵਾਰ ਇਹੋ ਜਿਹੇ ਨੇ ਜਿਹੜੇ ਖੁਦ ਨਸ਼ਾ ਕਰਦੇ ਨੇ ਜਾਂ ਪਹਿਲਾਂ ਨਸ਼ਾ ਕਰਦੇ ਰਹੇ ਨੇ ਜਾਂ ਉਹਨਾਂ ਦੇ ਸ਼ਰਾਬ ਦੇ ਠੇਕੇ ਸਨ, ਅਫੀਮ ਵੇਚਦੇ ਫੜੇ ਗਏ, ਭੁੱਕੀ ਸਮੇਤ ਫੜੇ ਗਏ, ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲਾਂ ਸਮੇਤ ਫੜੇ ਗਏ। ਉਹਨਾਂ ਦੀ ਔਲਾਦ ਮੁਨਕਰ ਹੋ ਚੁੱਕੀ ਹੈ ਸਿੱਖੀ ਤੋਂ। ਉਹਦੀਆਂ ਵੀ ਤਸਵੀਰਾਂ ਤੁਸੀਂ ਦੇਖ ਚੁੱਕੇ ਹੋਵੋਗੇ, ਇਕੱਲੇ ਸਾਡੇ ਅਖਬਾਰ 'ਚ ਨਹੀਂ, ਹੋਰ ਵੀ ਵੱਖ-ਵੱਖ ਅਖਬਾਰਾਂ ਦੇ ਵਿੱਚ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਨੇ ਕਿਹਾ ਵੀ 25 ਤਰੀਕ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਉਹ ਲੋਕ ਸਾਬਤ ਸੂਰਤ ਹੋ ਜਾਣ, ਅੰਮ੍ਰਿਤਧਾਰੀ ਹੋ ਜਾਣ ਜਿਹੜੇ ਸ਼੍ਰੋਮਣੀ ਕਮੇਟੀ ਚੋਣਾਂ ਲੜ ਰਹੇ ਨੇ। ਕੱਲ 25 ਤਰੀਕ ਹੈ, ਅਜੇ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ। ਜੇ ਜਥੇਦਾਰ ਸਾਹਿਬ ਨੂੰ ਵਰਸ਼ਨ ਬਾਰੇ ਕਿਹਾ ਜਾਂਦਾ ਤਾਂ ਉਹ ਫੋਨ ਕੱਟ ਦਿੰਦੇ ਨੇ। ਜੀ ਵੀਰ ਜੀ। ਤੇ ਜਿੱਦਾਂ ਤੁਸੀਂ ਦੱਸਿਆ ਵੀ ਉਮੀਦਵਾਰਾਂ ਦਾ ਐਡਾ ਮਾੜਾ ਹਾਲਾਤ, ਇੱਦਾਂ ਉਹਨਾਂ ਦੀ ਪੁਰਾਣੀ ਮਾੜੀ ਬੈਕਗਰਾਊਂਡ, ਤੇ ਫਿਰ ਵੀ ਉਹਨਾਂ ਨੂੰ ਸੀਟ ਦੇ ਲਈ ਲੜਨ ਦੇ ਲਈ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ। ਤੇ ਕੀ ਉੱਥੇ ਇਹੋ ਜਿਹੇ ਸਿੱਖਾਂ ਦੀ ਘਾਟ ਹੋ ਰਹੀ ਆ ਜਿਹੜੀ ਪੰਜਾਬ ਦੇ ਵਿੱਚ, ਜਿਹੜੀ ਕਿ ਉਹੋ ਜਿਹੇ ਸਿੰਘਾਂ ਨੂੰ ਅੱਗੇ ਕਿਉਂ ਨਹੀਂ ਲਿਆਂਦਾ ਜਾ ਰਿਹਾ ਜਿਹੜੇ ਕੁਝ ਪੰਥ ਦੇ ਲਈ ਕਰ ਸਕਣਗੇ? ਇਸ ਸੰਬੰਧੀ ਵੀਰ ਜੀ ਮੈਂ ਪਹਿਲਾਂ ਵੀ ਦੱਸ ਚੁੱਕਿਆ, ਫਿਰ ਮੈਂ ਦੁਹਰਾ ਦਿੰਦਾ। ਮੈਂ ਫੇਸਬੁੱਕ ਤੇ ਵੀ ਲਿਖ ਕੇ ਪਾਇਆ ਸੀ, ਕੁਲਵੀਰ ਸਿੰਘ ਕੌੜਾ ਦੀ ਕਿਤਾਬ ਸਿੱਖ ਵੀ ਨਿਕਲਿਆ ਗਿਆ ਦੇ ਵਿੱਚ ਇੱਕ ਐਪੀਸੋਡ ਸੀ ਸੰਗਤ ਕੇ ਭੇਡਾਂ। ਉਹਨਾਂ ਨੇ ਲਿਖਿਆ ਸੰਗਤ ਮੇਰੇ ਲਈ ਰੱਬ ਦਾ ਰੂਪ ਹੈ, ਪਰ ਮੈਂ ਜਿਨ੍ਹਾਂ ਨੂੰ ਭੇਡਾਂ ਲਿਖ ਰਿਹਾ ਉਹ ਤੁਸੀਂ ਪੜ੍ਹਨ ਤੋਂ ਬਾਅਦ ਖੁਦ ਮਹਿਸੂਸ ਕਰੋਗੇ ਕਿ ਉਹ ਵਾਕਈ ਹੀ ਭੇਡਾਂ ਨੇ, ਉਹਨਾਂ ਨੂੰ ਸੰਗਤ ਦਾ ਭੁਲੇਖਾ ਪਾਇਆ ਜਾ ਰਿਹਾ। ਅੱਜ ਸਾਡੀ ਕੇਂਦਰੀ ਸਰਕਾਰ ਹੈ ਉਹ ਵੀ ਬਾਦਲ ਦੀ ਪਿੱਠ ਤੇ ਹੈ। ਜੇ ਸ਼ੁਰੂਆਤ ਤੋਂ ਗੱਲ ਕਰੀਏ ਨਾ ਵੀਰ ਜੀ, ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਵੋਟਰ ਫਾਰਮ ਭਰਨ ਸੰਬੰਧੀ, ਉਹਦੇ ਵਿੱਚ 5 ਸ਼ਰਤਾਂ ਲਿਖੀਆਂ ਗਈਆਂ ਸੀ, ਜਿਨ੍ਹਾਂ ਵਿੱਚੋਂ 3 ਸ਼ਰਤਾਂ ਦਾ ਸੰਬੰਧ ਹੀ ਇਹ ਸੀ, ਮੈਂ ਪਤਿਤ ਨਹੀਂ ਹਾਂ, ਮੈਂ ਕਿਸੇ ਤਰੀਕੇ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਦਾ, ਮੈਂ ਕਲੀਨ ਸ਼ੇਵ ਨਹੀਂ ਹਾਂ। ਹੁਣ ਦੇਖੋ 3 ਸ਼ਰਤਾਂ ਦਾ ਮੂਲ ਭਾਵ ਇੱਕੋ ਹੀ ਹੈ ਜੀ, ਪਰ ਸਿਰਫ 5 ਸ਼ਰਤਾਂ ਪੂਰੀਆਂ ਕਰਨ ਲਈ ਉਹ ਮੈਂ ਬੜੀਆਂ ਤਕੜੀਆਂ ਉਦੋਂ ਸਟੋਰੀਆਂ ਲਿਖੀਆਂ ਕਿ ਇਹ ਕੇਂਦਰ ਸਰਕਾਰ ਵੀ ਰਲ ਚੁੱਕੀ ਹੈ ਕਿ ਬਾਦਲ ਨੂੰ ਹੀ ਮਿਲੇ। ਕਿਉਂਕਿ ਜਿਹੜੀ RSS ਹੈ ਵੀਰ ਜੀ, ਇਹਦੇ ਬਾਰੇ ਜੇ ਮੈਨੂੰ ਯਾਦ ਹੋਵੇ ਤਾਂ ਮੈਂ ਸਿਰਫ 1.5 ਮਿੰਟ 'ਚ ਖੁਲਾਸਾ ਕਰ ਦਿਆਂ। ਬਿਲਕੁਲ ਜੀ। ਕੁਲਵੀਰ ਸਿੰਘ ਕੌੜਾ ਨੇ ਮੈਨੂੰ ਉਦੋਂ ਦੱਸਿਆ ਸੀ ਕਿ RSS ਇੱਕ ਇਹੋ ਜਿਹੀ ਸੰਸਥਾ ਹੈ ਜਦੋਂ ਕਿਸੇ ਪੰਥਕ ਵਿਦਵਾਨ ਜਾਂ ਅਜਿਹੇ ਸਿੱਖ ਚਿੰਤਕ ਨੂੰ ਖਰੀਦਣ 'ਚ ਅਸਫਲ ਰਹਿ ਜਾਂਦੀ ਹੈ, ਕਾਮਯਾਬ ਨਹੀਂ ਹੁੰਦੀ, ਉਸ ਦਾ ਖਹਿੜਾ ਉਹ ਫਿਰ ਵੀ ਨਹੀਂ ਛੱਡਦੀ, ਭਾਵੇਂ ਉਹਦੇ ਭਰਾ ਭੈਣ ਗੁਆਂਢੀ ਦੇ ਰੂਪ 'ਚ, ਯਾਰ ਦੋਸਤ ਦੇ ਰੂਪ 'ਚ ਜਾਂ ਰਿਸ਼ਤੇਦਾਰ ਦੇ ਰੂਪ 'ਚ ਉਹਦੇ ਆਸ-ਪਾਸ ਹੀ ਮੰਡਰਾਉਂਦੀ ਰਹਿੰਦੀ ਹੈ। ਉਸੇ ਤਰੀਕੇ ਤੁਸੀਂ ਅੱਜ ਦੇਖ ਲਓ, ਭਾਵੇਂ ਗੁਰਬਖਸ਼ ਸਿੰਘ ਕਾਲਾ ਅਫਗਾਨ ਹੈ, ਪ੍ਰੋਫੈਸਰ ਦਰਸ਼ਨ ਸਿੰਘ ਹੈ, ਜਾਂ ਮੈਂ ਬਹੁਤੇ ਨਾਂ ਨਾ ਲਵਾਂ, ਜਿੰਨੇ ਵੀ ਪੰਥਕ ਵਿਦਵਾਨ ਨੇ ਉਹਨਾਂ ਨੂੰ ਇਸ RSS ਨੇ ਪਾੜ ਕੇ ਰੱਖਿਆ ਹੋਇਆ, ਇੱਕ ਦੂਜੇ ਦੇ ਵਿਰੁੱਧ ਖੜੇ ਨੇ, ਇਹ ਸਿਰ ਜੋੜ ਕੇ ਨਹੀਂ ਬੈਠ ਸਕਦੇ। ਉਹਦੇ ਲਈ ਇਹੀ ਹੈ ਕਿ RSS ਦੀਆਂ ਜੜ੍ਹਾਂ ਕਾਂਗਰਸ ਵੀ ਹੈਗੀਆਂ ਨੇ ਤੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਕੇਂਦਰ ਸਰਕਾਰ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ ਕਿ ਬਾਦਲ ਨੂੰ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਬਖਸ਼ੀ ਜਾਵੇ।
ਉਹਦੇ ਲਈ ਜੇਕਰ ਪੰਥ ਦਰਦੀਆਂ ਨੇ, ਸਿੱਖ ਚਿੰਤਕਾਂ ਨੇ ਪੂਰਾ ਰੋਲਾ ਪਾਇਆ ਕਿ ਫੋਟੋ ਵਾਲੇ ਸ਼ਨਾਖਤੀ ਕਾਰਡ ਚਾਹੀਦੇ ਨੇ। ਅੱਜ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲਈ ਤਾਂ ਫੋਟੋ ਵਾਲੇ ਸ਼ਨਾਖਤੀ ਕਾਰਡ ਨੇ, ਪਰ ਜਿਨ੍ਹਾਂ ਲਈ ਚਾਹੀਦੇ ਨੇ ਸਾਨੂੰ ਗੁਰਦੁਆਰਾ ਚੋਣਾਂ ਲਈ, ਉਹਨਾਂ ਲਈ ਫੋਟੋ ਵਾਲੇ ਸ਼ਨਾਖਤੀ ਕਾਰਡ ਬਣਾਉਣ ਤੋਂ ਇਨਕਾਰੀ ਹੈ ਕੇਂਦਰ ਸਰਕਾਰ ਵੀ, ਗੁਰਦੁਆਰਾ ਚੋਣ ਕਮਿਸ਼ਨਰ ਵੀ। ਇੱਥੋਂ ਤੁਸੀਂ ਵੀਰ ਜੀ ਭਲੀ ਭਾਂਤ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਦੁਨੀਆ ਦੇ ਇਤਿਹਾਸ 'ਚ ਪਹਿਲਾ ਮੌਕਾ ਹੋਊਗਾ ਕਿਸੇ ਵੀ ਚੋਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਨਵੀਆਂ ਵੋਟਾਂ ਬਣ ਰਹੀਆਂ ਨੇ। ਅੱਜ ਸਾਰੇ ਪੰਜਾਬ ਦੇ ਵਿੱਚ ਤੁਸੀਂ ਸ਼੍ਰੋਮਣੀ ਕਮੇਟੀ ਵੋਟ ਬਣਾਉਣੀ ਚਾਹੁੰਦੇ ਹੋ, ਤੁਹਾਡੀ ਬਣ ਜੂਗੀ ਜੇ ਤੁਸੀਂ ਬਾਦਲ ਦਲ ਨਾਲ ਸੰਬੰਧਿਤ ਹੋ। ਤੁਸੀਂ ਪਤਿਤ ਤੋਂ ਨਸ਼ਾ ਕਰਦੇ ਹੋ, ਕਿਸੇ ਵੀ ਸ਼ਰਤ ਤੇ ਪੂਰੇ ਨਹੀਂ ਉਤਰਦੇ, ਫਿਰ ਵੀ ਬਣ ਜੂ। ਅੱਜ ਬਾਦਲ ਦਲ ਦੇ ਉਮੀਦਵਾਰਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਨੇ, ਦੂਜੇ ਉਮੀਦਵਾਰਾਂ ਨੂੰ ਭਜਾਇਆ ਜਾ ਰਿਹਾ ਵੀ ਲੈ ਜਾ ਆਪਦੇ ਬੰਦਿਆਂ ਨੂੰ ਜਾਂ ਬੰਦੇ ਸਾਹਮਣੇ ਕਰ, ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਦੋਸ਼ ਲਾ ਕੇ। ਅੱਜ ਵੀ ਇੱਕ ਖਬਰ ਇਹੋ ਜਿਹੀ ਆਈ ਹੈ ਅਖਬਾਰਾਂ ਦੇ ਵਿੱਚ ਵੀ ਇੱਕ ਨੂੰ ਇਸ ਬਿਨਾਂ ਤੇ ਉਹਦੇ ਕਾਗਜ਼ ਰੱਦ ਕਰਤੇ ਕਿ ਤੂੰ ਅਨਪੜ੍ਹ ਹੈ। ਹਾਂਜੀ, ਉਹਦੀ ਮੈਂ ਵੀਰ ਜੀ ਆਪਣੀ ਥੋੜੀ ਜਿਹੀ ਐਡ ਕਰਦਾ ਉਹ, ਕਿਉਂਕਿ ਅਸੀਂ ਵੀ ਆਪਣੀ ਜਿਹੜੀ ਆ ਸਾਡੀ ਇਨਵੈਸਟੀਗੇਟਿਵ ਟੀਮ ਗਈ ਆ ਪੰਜਾਬ ਦੇ ਵਿੱਚ। ਇਹ ਭਾਈ ਸਾਹਿਬ ਸੁਖਦੇਵ ਸਿੰਘ ਸਨੌਰ ਸੀਟ ਤੋਂ ਉਹ ਚੋਣ ਲੜ ਰਹੇ ਸੀ ਤੇ ਪਹਿਲਾਂ ਤਾਂ ਉਹਨਾਂ ਉੱਥੇ ਜਿੱਦਾਂ ਪੰਜਾਬ ਦਾ ਜਿਹੜਾ ਮਾਹੌਲ ਆ ਨਾ ਬੜਾ ਦਹਿਸ਼ਤ ਵਾਲਾ ਬਣਿਆ ਆ। ਆਮ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ, ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਪਤਾ ਆ ਕਿ ਉਹ ਕਈ ਵਾਰ ਜਿਹੜੇ ਬਾਦਲ ਦੀ ਤੂੰ ਝੋਲੀ 'ਚ ਚੱਲ ਜਾਂਦਾ, ਆਪਣੇ ਬੰਦੇ ਇੱਕਦਮ ਉਹਦੇ ਪਿੱਛੇ ਪੈ ਜਾਂਦੇ ਗਾਲਾਂ ਕੱਢਣ, ਦੇਖੋ ਜੀ ਰਲ ਗਿਆ। ਇਹ ਦਿਨ ਹੀ ਦੇਖਦੇ ਉਹ ਬੰਦੇ ਦੀ ਮਜਬੂਰੀ ਕੀ ਬਣੀ ਹੋਈ ਆ। ਸੋ ਇਹ ਜਿਹੜੇ ਭਾਈ ਸੁਖਦੇਵ ਸਿੰਘ ਹੋਣੀ ਆ ਸਨੌਰ ਸੀਟ ਤੋਂ ਇਹਨਾਂ ਨੇ ਆਪਣੇ ਪੇਪਰ ਦਾਖਲ ਕੀਤੇ ਤੇ ਜਦੋਂ ਦਾਖਲ ਕੀਤੇ ਉਹਦੇ ਉਹਨਾਂ ਤੇ ਛੇੜਖਾਨੀ ਦਾ, ਕਿਸੇ ਜਨਾਨੀ ਨੂੰ ਛੇੜਖਾਨੀ ਦਾ ਕੇਸ ਪਾਤਾ ਜੀ। ਅੱਛਾ, ਜਦੋਂ ਫੇਰ ਵੀ ਨਾ ਹਟੇ, ਫੇਰ ਮੁੜ ਕੇ ਉਹਨਾਂ ਦੇ ਜਿਹੜੇ ਪੇਪਰ ਨੂੰ ਰੱਦ ਕਰਤੇ, ਕਹਿੰਦੇ ਜੀ ਇਹਨਾਂ ਨੂੰ ਪੰਜਾਬੀ ਨਹੀਂ ਪੜ੍ਹਨੀ, ਪੰਜਾਬੀ ਪੜ੍ਹਨੀ ਨਹੀਂ, ਲਿਖਣੀ ਨਹੀਂ ਆਉਂਦੀ। ਜੀ। ਸੋ ਇਹ ਹਾਲਾਤ ਇਸ ਟਾਈਮ ਪੰਜਾਬ ਦੇ ਵਿੱਚ ਹੋਏ ਪਏ ਆ, ਜਿਸ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ, ਸਾਫ਼ ਇੱਕ ਤੁਸੀਂ ਕਹਿ ਲਓ ਜੀ ਸਲੇਟ ਦੇ ਉੱਤੇ ਲਿਖ ਕੇ ਸਕਦੇ ਹਾਂ ਵੀ ਉੱਥੇ ਕਿਹਦਾ ਰਾਜ ਚੱਲ ਰਿਹਾ ਹੈ ਤੇ ਕੀ ਹੋ ਰਿਹਾ ਆ, ਇਹ ਚੋਣਾਂ ਕਿਹਦੇ ਵਾਸਤੇ ਹੋ ਰਹੀਆਂ ਅਤੇ ਕਿੰਨੇ ਜਿੱਤਣੀਆਂ ਆ। ਇੱਕ ਹਿਸਾਬ ਦੇ ਨਾਲ ਇਹ ਚੀਜ਼ ਹੁਣ ਤੋਂ ਹੀ ਸਪਸ਼ਟ ਹੋਣੀ ਸ਼ੁਰੂ ਹੋ ਚੁੱਕੀ ਆ। ਹਾਂਜੀ, ਇਹਦੇ ਨਾਲ ਆਪਾਂ ਰਾਜਕਰਨ ਆਪਾਂ ਸਰੋਤਿਆਂ ਨੂੰ ਤੇ ਵੀਰ ਜੀ ਨੂੰ ਵੀ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਉੱਥੇ ਹੁਣ ਜਿਹੜਾ ਮਾਹੌਲ ਆ ਬਾਦਲ ਸਾਹਿਬ ਨੇ ਬੜਾ ਚੇਂਜ ਕੀਤਾ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਨਸ਼ੇ ਵੰਡਾਂਗੇ ਉੱਥੇ ਮੂਵੀ ਬਣੂਗੀ, ਰਾਈਟ। ਜੇ ਕੋਈ ਪਤਿਤ ਵੀਰ ਉੱਥੇ ਵੋਟ ਪਾਉਣ ਜਾਊਗਾ ਉਹਦੀ ਮੂਵੀ ਵੀ ਬਣ ਸਕਦੀ ਆ। ਇਸ ਕਰਕੇ ਜਿਹੜਾ ਉਹਨੀ ਸਾਰਾ ਜ਼ੋਰ ਆ ਆਪਣੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਵਿਰੁੱਧ ਖੜੇ ਉਹਨਾਂ ਤੇ ਲਾਇਆ ਹੋਇਆ। ਉਹਦੇ ਵਿੱਚ ਪਹਿਲਾਂ ਤਾਂ ਉਹ ਟਰਾਈ ਕਰਦੇ ਉਹਨਾਂ ਨੂੰ ਪੈਸੇ ਦੇ ਕੇ ਬਾਈ ਕਰਨ ਦੀ, ਫਿਰ ਜੇ ਨਾ ਮੰਨਣ ਫਿਰ ਕਹਿਣ ਜੀ ਕਿਸੇ ਨੂੰ ਜੋਬ ਚਾਹੀਦੀ ਆ, DSP ਦੀ ਚਾਹੀਦੀ, ਕਿਸੇ ਤਰ੍ਹਾਂ ਦੀ ਜੋਬ ਦਿੰਦੇ ਆ। ਜੇ ਫਿਰ ਵੀ ਨਹੀਂ ਮੰਨਦੇ ਫਿਰ ਉਹਨਾਂ ਦੇ ਕੋਈ ਨਾ ਕੋਈ ਪਰਚਾ ਦਰਜ ਕਰ ਦਿੰਦੇ, ਜਿੱਦਾਂ ਹੁਣੇ ਆ, ਜਿੱਦਾਂ ਤੁਸੀਂ ਪਿਛਲੇ ਉਮੀਦਵਾਰ ਦੀ ਗੱਲ ਕੀਤੀ। ਇਸ ਕੰਮ ਦੇ ਲਈ ਜਿੰਨੀ ਕੁ ਸਾਨੂੰ ਹੁਣ ਤੱਕ ਰਿਪੋਰਟ ਆਈ ਆ, 3 ਬੰਦੇ ਜਿਹੜੇ ਮੇਨ ਆ ਬਾਦਲ ਸਾਹਿਬ ਨੇ ਲਾਏ ਹੋ ਅੱਗੇ। ਪਹਿਲੇ ਨੰਬਰ ਤੇ ਭਾਈ ਰਾਮ ਸਿੰਘ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਛੱਡ ਕੇ ਗਏ ਆ। ਹਾਂਜੀ, ਦੂਜੇ ਨੰਬਰ ਤੇ ਭਾਈ ਮਨਜੀਤ ਸਿੰਘ ਜੋ ਸੰਤ ਕਰਤਾਰ ਸਿੰਘ ਉਹਨਾਂ ਦੇ ਬੇਟੇ ਆ ਜੀ। ਤੀਜੇ ਨੰਬਰ ਤੇ ਭਾਈ ਜਸਵੀਰ ਸਿੰਘ ਰੋਡੇ ਜੋ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਭਤੀਜੇ ਆ ਜੀ। ਇਹਨਾਂ ਤਿੰਨਾਂ ਨੂੰ ਇਹ ਕੰਮ ਕਰਨ ਲਈ ਉਹਨਾਂ ਨੇ ਲਾਇਆ ਹੋਇਆ ਮੂਹਰੇ ਜੀ। ਤੁਸੀਂ ਦੱਸੋ ਇਹਦੇ ਬਾਰੇ, ਤੁਹਾਨੂੰ ਕਿੰਨੀ ਕੁ ਜਾਣਕਾਰੀ ਆ? ਕੁਛ 100% ਵੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਅੱਜ ਗੁਰਦੁਆਰਾ ਚੋਣ ਕਮਿਸ਼ਨਰ ਸ਼ਰੇਆਮ ਪੱਖਪਾਤ ਕਰ ਰਿਹਾ ਜੀ। ਹਾਂਜੀ, ਇਹ ਸੰਬੰਧੀ ਵੀ ਬਹੁਤ ਖਬਰਾਂ ਲੱਗ ਚੁੱਕੀਆਂ ਨੇ। ਬਾਦਲ ਦਲ ਨੇ ਪਤਿਤਾਂ ਤੇ ਗੈਰ ਸਿੱਖਾਂ ਦੀਆਂ ਜਿੰਨੀਆਂ ਵੋਟਾਂ ਬਣਾਈਆਂ ਨੇ, ਜੋ ਤੁਸੀਂ ਪਹਿਲਾਂ ਵੀਰ ਜੀ ਜ਼ਿਕਰ ਕਰਕੇ ਹਟੇ ਹੋ ਕਿ ਕਿਉਂ ਨਹੀਂ ਮੂਵੀ ਬਣਾਉਣ ਦੀ ਜਾਂ ਵੀਡੀਓ ਫਿਲਮ ਬਣਾਉਣ ਦੀ ਛੋਟ ਦਿੱਤੀ ਜਾ ਰਹੀ, ਕਿਉਂਕਿ ਸਾਰੇ ਪਤਿਤ ਨੇ ਜਾਂ ਗੈਰ ਸਿੱਖ ਨੇ। ਹਾਂਜੀ, ਫੋਟੋ ਵਾਲੇ ਸ਼ਨਾਖਤੀ ਕਾਰਡਾਂ ਦੇ ਵੀ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ। ਹੁਣ ਬਾਦਲ ਦਲ ਦੀਆਂ ਸਾਰੀਆਂ ਵੋਟਾਂ ਖੁੱਸਣ ਦਾ ਖਤਰਾ ਸੀ। ਇੱਕ ਪਾਸੇ ਸੋਚਿਆ ਜਾਵੇ ਇਹ ਸਿੱਖੀ ਦੀ ਪ੍ਰਫੁੱਲਤਾ ਦੀ ਗੱਲ ਕਰਦੇ ਨੇ, 2 ਕਰੋੜ ਸਿੱਖ ਮੰਨ ਕੇ ਆਪਾਂ ਚੱਲਦੇ ਹਾਂ, ਸਿਰਫ 56 ਲੱਖ ਵੋਟਾਂ ਬਣੀਆਂ ਨੇ, ਉਹਦੇ ਵਿੱਚਾਂ ਵੀ ਅੱਧੇ ਤੋਂ ਜ਼ਿਆਦਾ ਪਤਿਤ ਨੇ। ਸਿੱਖੀ ਜਿਹੜੇ ਪਾਸੇ ਜਾ ਰਹੀ ਹੈ ਉਸ ਪਾਸੇ ਕਿਸੇ ਦਾ ਵੀਰ ਜੀ ਕੋਈ ਧਿਆਨ ਨਹੀਂ ਜੀ। ਸਿੱਖੀ ਦੇ ਰਹਿਤ ਮਰਿਆਦਾ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਬਾਰੇ ਭਾਵੇਂ ਲੱਖ ਕੋਈ ਰੋਲਾ ਪਾਈ ਜਾਣ, ਹਾਂਜੀ, ਅੱਜ ਪੰਜਾਬ ਦਾ ਬੱਚੀ ਬਾਦਲ ਕਿਆਂ ਤੋਂ ਦੁਖੀ ਹੈ। ਪਰ ਫਿਰ ਵੀ ਉਹਨਾਂ ਦੇ ਘਰੇ ਬੈਠਿਆਂ ਹੀ ਇਹਨਾਂ ਨੇ ਉਹਨਾਂ ਦੀਆਂ ਵੋਟਾਂ ਭੁਗਤਾ ਦੇਣੀਆਂ, ਸਭ ਨੂੰ ਪਤਾ ਹੈ। ਸ਼ਰੇਆਮ ਗੁੰਡਾਗਰਦੀ ਹੋਊਗੀ। ਅੱਜ ਵੀਰ ਜੀ ਗੱਲ ਹੈ ਸ਼੍ਰੋਮਣੀ ਕਮੇਟੀ ਵਰਗੀ ਸਰਮੋਰ ਸੰਸਥਾ ਦੇ ਵਿਚਾਰਧਾਰਾ ਦੀ, ਜਿਹੜੀ ਸਿੱਖ ਵਿਚਾਰਧਾਰਾ ਚਾਹੀਦੀ ਤਾਂ ਸੀ ਸ਼੍ਰੋਮਣੀ ਕਮੇਟੀ ਰਾਹੀਂ ਆਪਾਂ ਦੁਨੀਆ ਭਰ ਚ ਫੈਲਾਉਂਦੇ ਜੀ। ਅਕਾਲ ਤਖਤ ਸਾਹਿਬ ਦਾ ਜਿੰਨਾ ਸੰਸਥਾਵਾਂ ਨੇ ਜਾਂ ਸਿੱਖ ਵਿਰੋਧੀ ਤਾਕਤਾਂ ਨੇ ਘਾਣ ਕੀਤਾ ਹੈ,
ਉਸ ਤੋਂ ਜ਼ਿਆਦਾ ਸ਼੍ਰੋਮਣੀ ਕਮੇਟੀ ਨੇ ਕੀਤਾ ਜੀ। ਇਸ ਪਾਸੇ ਕੋਈ ਧਿਆਨ ਨਹੀਂ। ਅੱਜ ਜੇਕਰ ਇਹਨੂੰ ਇੱਕ ਧਰਮ ਯੁੱਧ ਦੇ ਤੌਰ ਤੇ ਚੋਣਾਂ ਲੜੀਆਂ ਜਾਣ ਤਾਂ ਕਿੰਨਾ ਚੰਗਾ ਹੋਵੇ। ਜੇਕਰ ਮੈਂ ਇੱਕ ਬਹੁਤ ਵੱਡੀ ਵੀਰ ਜੀ ਰਿਪੋਰਟ ਲਾਈ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ 56 ਲੱਖ ਵੋਟਾਂ ਬਣੀਆਂ ਨੇ ਉਹਨਾਂ ਵਿੱਚ ਮਰਦਾਂ ਨਾਲੋਂ ਔਰਤਾਂ ਦੀ 2.5 ਲੱਖ ਵੋਟ ਜ਼ਿਆਦਾ ਹੈ। ਉਹਦੇ ਤੇ ਕੋਈ ਸਟੈਂਡ ਨਹੀਂ ਲਿਆ ਗਿਆ। ਜੇ ਮੈਂ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਕਿਹਾ, ਉਹ ਕਹਿੰਦਾ ਜੀ ਇੱਥੇ ਆ ਕੇ ਚੰਡੀਗੜ੍ਹ ਮੇਰੇ ਨਾਲ ਫੇਸ ਟੂ ਫੇਸ ਗੱਲ ਕਰੋ, ਮੈਂ ਫੋਨ ਤੇ ਨਹੀਂ ਗੱਲ ਕਰਨੀ ਚਾਹੁੰਦਾ। ਭਾਵੇਂ ਡਾਇਰੈਕਟ ਤਰੀਕੇ ਨਾਲ ਭਾਵੇਂ ਇਨਡਾਇਰੈਕਟ ਤਰੀਕੇ ਨਾਲ ਗੁਰਦੁਆਰਾ ਚੋਣ ਕਮਿਸ਼ਨਰ ਵੀ ਬਾਦਲ ਦੀ ਕਠਪੁਤਲੀ ਬਣਿਆ ਹੋਇਆ। ਹਾਂਜੀ। ਸੋ ਅੱਜ ਦੀ ਜਿਹੜੀ ਰਿਪੋਰਟ ਆ ਵੀਰ ਜੀ, ਜਿੱਦਾਂ ਸਾਡੇ ਟੀਮ ਵੱਲੋਂ ਵੀ ਇਹੀ ਆ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਟੀਮ ਆ ਉਹ 95% ਜਿਹੜੀ SGPC ਦੀ ਜਿਹੜੀ ਹੈਗੀ ਸੀਟਾਂ ਦੇ ਵਿੱਚ ਉਹ ਲੈ ਕੇ ਜਾ ਰਹੇ ਆ। ਈਵਨ ਅੱਜ ਦੀ ਤਾਜ਼ਾ ਰਿਪੋਰਟ ਇਹ ਸੀ ਵੀ ਜਿਹੜੇ 20 ਕੈਂਡੀਡੇਟ ਆ ਉਹ ਅਨਅਪੋਜ਼ ਜਿੱਤ ਰਹੇ ਆ, ਕਿਉਂਕਿ ਜਿਹੜੇ ਉਹਨਾਂ ਦੇ ਆਪੋਜ਼ਿਟ ਖੜੇ ਆ ਜਾਂ ਤਾਂ ਉਹਨੇ ਬਾਈ ਕਰ ਲਿਆ ਜਾਂ ਡਰਾ ਕੇ ਘਰ ਬਿਠਾ ਲਤੇ ਆ। ਜੀ ਜੀ ਜੀ। ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਕਹਿੰਦਾ ਵੀਰ ਜੀ ਤੁਸੀਂ 20% ਕਹਿੰਦੇ ਹੋ, ਮੇਰੇ ਖਿਆਲ ਇਹ ਗਿਣਤੀ 50% ਤੇ ਆ ਜਾਣੀ ਹੈ। ਜੀ ਜੀ। ਇਹ 50% ਤੇ ਇਉਂ ਆ ਜਾਣੀ ਹੈ ਵੀ ਪਹਿਲਾਂ ਇਹਨਾਂ ਨੇ ਪੰਚਾਇਤੀ ਚੋਣਾਂ ਵੇਲੇ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵੇਲੇ ਜਾਂ ਨਗਰ ਪ੍ਰੀਸ਼ਦ, ਨਗਰ ਕੌਂਸਲ ਚੋਣਾਂ ਵੇਲੇ ਹਾਂਜੀ ਇਹਨਾਂ ਨੇ ਸ਼ਰੇਆਮ ਵਿਰੋਧੀਆਂ ਦੀਆਂ ਫੈਲਾਂ ਪਾੜੀਆਂ, ਉਹਨਾਂ ਦੇ ਝੂਠੇ ਮਾਮਲੇ ਦਰਜ ਕੀਤੇ। ਉਹਨਾਂ ਦੀ ਅੱਜ ਵੀ ਕੋਈ ਸੁਣਵਾਈ ਨਹੀਂ ਅਦਾਲਤਾਂ ਦਾ, ਉਹ ਸਾਹਮਣਾ ਕਰ ਰਹੇ ਨੇ ਬਿਨਾਂ ਕਸੂਰੋਂ, ਨਿਰਦੋਸ਼ ਹੋਣ ਦੇ ਬਾਵਜੂਦ। ਲੋਕ ਨਹੀਂ ਚਾਹੁੰਦੇ ਕਿ ਅਸੀਂ ਆਪਦੇ ਬੱਚਿਆਂ ਨੂੰ ਪਾਲੀਏ ਕਿ ਇਹਨਾਂ ਦੀਆਂ ਅਦਾਲਤਾਂ ਦਾ ਸਾਹਮਣਾ ਕਰੀਏ। ਇਹਨਾਂ ਦੀ ਜਿਹੜੀ ਗੁੰਡਾਗਰਦੀ ਆ ਉਹ ਸਿਰ ਚੜ ਕੇ ਬੋਲ ਰਹੀ ਹੈ। ਕਿਸੇ ਸਮੇਂ ਵੀਰ ਜੀ ਔਰੰਗਜ਼ੇਬ ਨੇ ਕਿਹਾ ਸੀ ਮੈਂ ਅੱਲਾਹੂ ਅੱਲਾਹੂ ਕਰਾ ਦੂੰ, ਹਿਟਲਰ ਨੇ ਕਿਹਾ ਸੀ ਮੈਨੂੰ ਯਹੂਦੀ ਨਹੀਂ ਕੋਈ ਦਿਸਣਾ ਚਾਹੀਦਾ। ਦੇਖ ਲਓ ਉਹਨਾਂ ਦਾ ਕੀ ਹਸ਼ਰ ਹੋਇਆ। ਹਰ ਇੱਕ ਬੰਦੇ ਇਹ ਚੀਜ਼ ਸਾਹਮਣੇ ਰੱਖ ਕੇ ਚੱਲਣਾ ਚਾਹੀਦਾ, ਪਰ ਇਹ ਲੋਕ ਪਰਮਾਤਮਾ ਨੂੰ ਭੁਲਾਈ ਬੈਠੇ ਨੇ। ਹਾਂਜੀ ਹਾਂਜੀ। ਸੋ ਵੀਰ ਜੀ, ਜਿਵੇਂ ਆਪਾਂ ਬਾਹਰ ਬੈਠੇ ਆ USA ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਆ ਉਹ ਬਹੁਤ ਉਹਨਾਂ ਦਾ ਜਿੱਦਾਂ ਉਹਨਾਂ ਨੂੰ ਸਿੱਖੀ ਦਾ ਦਰਦ ਆ, ਰਾਈਟ, ਪਰ ਉਹ ਬਾਹਰ ਬੈਠੇ ਕੁਝ ਕਰ ਨਹੀਂ ਸਕਦੇ। ਪਰ ਜਿੱਦਾਂ ਲੇਟੈਸਟ ਤੁਸੀਂ ਦੇਖਿਆ ਹੋਵੇਗਾ ਜਿੰਨੇ ਵੀ ਸੰਤ ਆਉਂਦੇ ਆ, ਮੇਰੇ ਖਿਆਲ ਨਾਲ 99% ਜਿਹੜੇ ਸੰਤ ਆ ਉਹ ਬਾਦਲ ਦੀ ਝੋਲੀ ਚਲ ਗਏ ਹੋ ਆ। ਜੀ ਜੀ। ਸੋ ਜਿਹੜੇ ਬਾਹਰ ਦੇ ਸਿੱਖ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਬਾਹਰਲੇ ਸਿੱਖਾਂ ਨੂੰ ਵੀਰ ਜੀ ਮੈਂ ਇਹੀ ਕਹਿਣਾ ਵੀ ਇਹ ਜਿਹੜੇ ਇੱਧਰੋਂ ਸੰਤ ਦੇ ਨਾਂ ਤੇ ਜਾਂਦੇ ਨੇ, ਮੇਰੀ 3-4 ਸੰਤਾਂ ਨਾਲ ਇਹੋ ਜਿਹੀ ਬਹਿਸ ਹੋਈ। ਮੈਂ ਕਿਹਾ 10 ਪਾਤਸ਼ਾਹੀਆਂ, 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਹਾਂਜੀ, ਇਹਨਾਂ ਤੋਂ ਬਿਨਾਂ ਸੀਸ ਤਲੀ ਤੇ ਟਿਕਾਉਣ ਵਾਲੇ, ਆਰਿਆਂ ਨਾਲ ਚੀਰੇ ਗਏ ਬੰਦ ਕਟਵਾਉਣ ਵਾਲੇ, ਜੇਕਰ ਉਹਨਾਂ ਸੂਰਮਿਆਂ ਦੀ ਆਪਾਂ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਤੇ ਨਾਂ ਲਿਖਣਾ ਸ਼ੁਰੂ ਕਰ ਦਈਏ, ਧਰਤੀ ਖਤਮ ਹੋ ਜੂ, ਉਹਨਾਂ ਦੇ ਨਾਂ ਨਹੀਂ ਖਤਮ ਹੋਣੇ। ਜੀ ਜੀ। ਕਿਸੇ ਨੇ ਆਪਣੇ ਨਾਂ ਨਾਲ ਸੰਤ ਨਹੀਂ ਲਵਾਇਆ। ਉਹਨਾਂ ਨੇ ਸੰਤ ਸਿਰਫ ਤੇ ਸਿਰਫ ਅਕਾਲ ਪੁਰਖ ਨੂੰ, ਪਰਮਾਤਮਾ ਨੂੰ ਮੰਨਿਆ। ਜੀ। ਜਿਹੜੇ ਅਜੋਕੇ ਸੰਤ ਨੇ, ਕੀ ਉਹਨਾਂ ਤੋਂ ਜ਼ਿਆਦਾ ਇਹਨਾਂ ਦੀ ਕੁਰਬਾਨੀ ਹੈ ਕਿ ਉਹਨਾਂ ਤੋਂ ਜ਼ਿਆਦਾ ਇਹਨਾਂ ਦੇ ਕਿਸੇ ਪ੍ਰਕਾਰ ਦਾ ਵੀ ਮੇਰਾ ਕਿਸੇ ਗੱਲ ਦਾ ਵੀਰ ਜੀ ਕੋਈ ਜਵਾਬ ਨਹੀਂ ਦੇ ਸਕਿਆ। ਇਹਨਾਂ ਲੋਕਾਂ ਨੂੰ ਮੂੰਹ ਨਾ ਲਾਇਆ ਜਾਵੇ, ਬਲਕਿ ਇਹਨਾਂ ਦੀ ਵਿਰੋਧਤਾ ਕੀਤੀ ਜਾਵੇ, ਜਿਵੇਂ ਕੁਝ ਜਗ੍ਹਾ ਤੇ ਹੋਈ ਵੀ ਹੈ। ਜੀ ਜੀ। ਭਾਵੇਂ ਉਹ ਮਾਨ ਸਿੰਘ ਭੋਗੇ ਵਾਲਾ ਸੀ, ਭਾਵੇਂ ਸਾਧ ਢੱਡਰੀਆਂ ਵਾਲਾ, ਜਾਂ ਇਸ ਤਰ੍ਹਾਂ ਦੇ ਨੇ। 1995 ਦੇ ਵਿੱਚ ਵੀਰ ਜੀ, ਅੱਜ ਤੋਂ 16 ਸਾਲ ਪਹਿਲਾਂ ਇੱਕ ਆਰਟੀਕਲ ਲੱਗਾ ਸੀਗਾ ਮਾਸਿਕ ਸਪੋਕਸਮੈਨ ਵਿੱਚ, ਕਿਸੇ ਵੀਰ ਦਾ, ਮੈਨੂੰ ਰਾਈਟਰ ਦਾ ਨਾਮ ਭੁੱਲ ਗਿਆ, ਉਹਨੇ ਲਿਖਿਆ ਸੀਗਾ ਬਈ ਭੋਰੇ ਨੂੰ ਭੋਰਾ ਸਾਹਿਬ ਨਾ ਲਿਖੋ, ਕਿਉਂਕਿ ਭੋਰੇ ਤਾਂ ਇਹਨਾਂ ਅਖੌਤੀ ਸਾਧਾਂ ਨੇ ਬਣਾਏ ਕੁਕਰਮ ਕਰਨ ਲਈ ਨੇ। ਹਾਂਜੀ ਹਾਂਜੀ। ਉਸ ਸਮੇਂ ਪੰਜਾਬ 'ਚ ਬਾਦਲ ਦੀ ਸਰਕਾਰ ਨਹੀਂ ਸੀ, ਨਹੀਂ ਤਾਂ 295 ਦਾ ਉਹਦੇ ਤੇ ਵੀ ਪਰਚਾ ਦਰਜ ਹੋ ਜਾਣਾ ਸੀ। ਜੀ। ਅੱਜ ਵੀਰ ਜੀ ਇਸ ਗੱਲ ਨੂੰ ਮੰਨ ਕੇ ਚੱਲੋ ਵੀ ਜੋ ਵਿਦੇਸ਼ੀ ਸਿੱਖ ਯੋਗਦਾਨ ਪਾ ਸਕਦੇ ਨੇ ਪੰਜਾਬ ਦੇ ਵਿੱਚ, ਉਹ ਨਹੀਂ ਪੈ ਰਿਹਾ, ਤਾਂ ਇਸੇ ਕਰਕੇ ਪੈ ਰਿਹਾ ਜਿਹੜੀਆਂ RSS ਦੀਆਂ ਗੁੰਮਰਾਹ ਕੁਨ ਚਾਲਾਂ ਨੇ। ਤੇ ਭਾਵੇਂ ਵਿਦੇਸ਼ੀ ਵੀਰਾਂ ਦੇ ਵਿੱਚ ਵੀ ਫੁੱਟ ਪਾਉਣ 'ਚ ਕਾਮਯਾਬ ਰਹੀ ਹੈ ਪੰਜਾਬ ਦੀ ਤਰ੍ਹਾਂ, ਉਹਦੇ ਕਰਕੇ, ਨਹੀਂ ਤਾਂ ਵਿਦੇਸ਼ੀ ਵੀਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ ਕਿ ਉਹ ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਵੇ। ਜੇਕਰ ਕਿਸੇ ਪ੍ਰਕਾਰ ਦੀ ਉਹਨਾਂ ਨੇ ਸਹਾਇਤਾ ਆਰਥਿਕ ਪੱਖੋਂ ਜਾਂ ਕੋਈ ਫੰਡ ਭੇਜਣਾ ਤਾਂ ਉਹਨਾਂ ਲੋਕਾਂ ਲਈ ਭੇਜਿਆ ਜਾਵੇ ਜੋ ਵਾਕਈ ਹੀ ਉਹਦੇ ਕਾਬਿਲ ਹੈ। ਹਾਂਜੀ, ਇਹ ਆਪਾਂ ਵੀਰ ਜੀ ਜਿੱਦਾਂ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਅੱਜ ਰਾਜਕਨਵੀਰ 11 ਦਿਨ ਹੋ ਗਏ ਜਿਸ ਦਿਨ ਤੋਂ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਜਿਹੜੇ ਆ ਮਰਿੰਡੇ ਦੇ ਵਿੱਚ, ਉਦਮਪੁਰ ਨੱਲਾਂ ਦੇ ਵਿੱਚ, ਅੱਜ ਦੀ ਡੇਟ ਦੇ ਵਿੱਚ ਪੰਜਾਬ ਦਾ ਇੱਕ ਵੀ ਸੰਤ ਉਸ ਪਿੰਡ ਨਹੀਂ ਪਹੁੰਚਿਆ। ਜੀ ਨਹੀਂ। ਤੇ ਹੁਣ ਤੁਸੀਂ ਦੱਸੋ ਵੀ ਬਾਹਰ ਆ ਕੇ ਤਾਂ ਸਾਰੇ ਇੱਥੇ ਇਕੱਠੇ ਹੋਈ ਫਿਰਦੇ ਆ, ਸੰਗਤਾਂ ਵੀ ਬਹੁਤ ਬਹੀਰਾਂ ਧੱਕਦੀਆਂ ਪਿੱਛੇ ਜਾਂਦੀਆਂ ਆ, ਰਾਈਟ? ਬਿਲਕੁਲ। ਤੇ ਬਿਲਕੁਲ ਇਹਦੇ ਵਿੱਚ ਇੱਕ ਤਾਂ ਉੱਥੇ ਜਿੱਦਾਂ ਕਹਿ ਲਓ ਵੀ ਪ੍ਰਚਾਰ ਦੀ ਜਿਹੜੀ ਸ਼੍ਰੋਮਣੀ ਗੁਰੂ ਪ੍ਰਬੰਧਕ ਕਮੇਟੀ ਆ ਉਹਨਾਂ ਵੱਲੋਂ ਜਿਹੜੇ ਪ੍ਰਚਾਰ ਕਰਨਾ ਚਾਹੀਦਾ ਸੀ ਸਿੱਖੀ ਦਾ,
ਜਿਸ ਤੋਂ ਉਹਨਾਂ ਨੇ ਬਿਲਕੁਲ ਹੀ ਪਿੱਠ ਕਰਕੇ ਬੈਠੇ ਹੋਏ ਆ। ਪ੍ਰਚਾਰ ਨੂੰ ਤਾਂ ਛੱਡੋ, ਸਿਰਫ ਉਹ ਆਪਣੇ ਤੇ ਸਿਰਫ ਆਪਣੇ ਘਰਾਂ ਦੇ ਫੰਡ ਦੇਖਣ ਨੂੰ ਬੈਠੇ ਹੋਏ ਆ। ਅਤੇ ਇਹ ਜਿਹੜੇ ਪ੍ਰਚਾਰ ਕਰਨਾ ਹੈ ਸਿੱਖੀ ਦਾ, ਉਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੀ ਕਿਸੇ ਨੇ ਇਸ ਦੇ ਬਾਰੇ ਕੁਛ ਨੋਟ ਲਿਆ ਆ? ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਜਿਹੜਾ ਮੇਨ ਮੁੱਦਾ ਆ ਸਿੱਖੀ ਨੂੰ ਫੈਲਾਉਣ ਦਾ, ਜੇ ਪ੍ਰਚਾਰ ਨਹੀਂ ਕਰਾਂਗੇ ਤਾਂ ਆਪਾਂ ਕੁਛ ਨਹੀਂ ਕਰ ਸਕਦੇ, ਤਾਂ ਉਸ ਦੇ ਉੱਤੇ ਵੀ ਕਿਸੇ ਨੇ ਕੋਈ ਸਟੈਂਡ ਲਿਆ? ਤੁਸੀਂ ਵੀਰ ਜੀ ਇਹ ਦੇਖੋ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਸੇ ਸਮੇਂ ਬਾਦਲ ਨੂੰ ਇੱਕ ਸਵਾਲ ਕੀਤਾ ਸੀ ਜਾਂ ਬੇਨਤੀ ਕੀਤੀ ਸੀ ਜੀ। ਉਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਚੋਣਾਂ ਨਾ, ਇਹਦੇ ਵਿੱਚ ਸਾਨੂੰ ਸਿਰਫ 5 ਸੀਟਾਂ ਦੇ ਦਿਓ। ਜੀ ਜੀ। 5 ਸੀਟਾਂ ਤੋਂ ਇੱਕ ਸੀਟ ਉਹਨਾਂ ਨੇ ਭਾਈ ਮਨਜੀਤ ਸਿੰਘ ਦੇ ਵੱਡੇ ਭਰਾ ਭਾਈ ਅਮਰੀਕ ਸਿੰਘ ਲਈ ਮੰਗੀ ਸੀ, ਸ਼ਾਇਦ ਵੀਰ ਜੀ ਤੁਹਾਨੂੰ ਯਾਦ ਹੋਵੇ। ਹਾਂਜੀ ਹਾਂਜੀ ਬਿਲਕੁਲ। ਇਹ ਗੱਲ ਹੈ ਜੀ 1978 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੀ। ਹਾਂਜੀ। ਜਦੋਂ ਭਾਈ ਅਮਰੀਕ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਸਨ। ਹਾਂਜੀ। ਉਹਨੇ ਇਨਕਾਰ ਕਰਤਾ ਸੀ। ਅੱਜ ਭਾਈ ਅਮਰੀਕ ਸਿੰਘ ਦੇ ਸਾਥੀ ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਗੁਰਚਰਨ ਸਿੰਘ ਗਰੇਵਾਲ, ਉਹਨਾਂ ਨੂੰ ਸਾਰਿਆਂ ਨੂੰ ਟਿਕਟਾਂ ਮਿਲ ਗਈਆਂ ਨੇ। ਹਾਂਜੀ। ਜਦ ਕਿ ਅਮਰਜੀਤ ਸਿੰਘ ਚਾਵਲਾ ਤੇ ਇਹ ਵੀ ਚਾਰਜ ਲੱਗਦੇ ਆ ਵੀ ਉਹ ਮੰਦਿਰ 'ਚ ਵੀ ਗਿਆ, ਉੱਥੇ ਜਾ ਕੇ ਉਹਨੇ ਆਰਤੀ ਵੀ ਉਚਾਰੀ ਆ, ਭੇਟਾਂ ਵੀ ਗਾਈਆਂ। ਹਾਂਜੀ ਹਾਂਜੀ। ਉਹ ਮਸਲਾ ਵੀਰ ਜੀ ਮੈਂ ਹੀ ਚੁੱਕਿਆ ਸੀਗਾ। ਅੱਛਾ ਜੀ। ਉਹ ਮੂਵੀਆਂ ਮੈਂ ਘੱਟ ਤੋਂ ਘੱਟ 1000 ਈਮੇਲ ਤੇ ਪਾਤੀ ਸੀ। ਅੱਜ ਮੈਨੂੰ ਤੁਹਾਡੀ ਈਮੇਲ ਮਿਲ ਗਈ ਹੈ, ਇਹਦੇ ਤੇ ਮੈਂ ਇਹੋ ਜਿਹੇ ਬਹੁਤ ਖੁਲਾਸੇ ਕਰੂੰ ਵੀਰ ਜੀ। ਠੀਕ ਹੈ ਜੀ 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 ਜੀ। ਦੁੱਖ ਇਸ ਗੱਲ ਦਾ ਨਾ ਬਈ ਉਹ ਸਾਧ ਯੂਨੀਅਨ, ਜਿਹੜੀ ਸਾਧ ਯੂਨੀਅਨ ਸਿੱਖੀ ਦਾ ਘਾਣ ਕਰਨ 'ਚ ਮੋਹਰੀ ਰੋਲ ਅਦਾ ਕਰਦੀ ਹੈ ਹਰ ਜਗ੍ਹਾ। ਹਾਂਜੀ ਹਾਂਜੀ। ਉਹਨੂੰ 30 ਸੀਟਾਂ ਦੇਣ ਪਿੱਛੇ ਬਾਦਲ ਦੀ ਕੀ ਮਜਬੂਰੀ ਹੈ? ਇਸ ਪਿੱਛੇ ਕੋਈ ਵੀ ਪੰਥ ਦਰਦੀ ਜਾਂ ਸਿੱਖ ਚਿੰਤਕ ਜੇ ਬੋਲਦਾ ਤਾਂ ਉਹਦੇ ਤੇ ਕੋਈ ਨਾ ਕੋਈ ਧਾਰਾ ਲਾ ਕੇ ਜੇਲ੍ਹ ਸੁੱਟ ਦਿੰਦੇ ਉਹਨੂੰ। ਹਾਂਜੀ ਹਾਂਜੀ। ਇਹ ਨਹੀਂ ਉਹ ਪਤਾ ਵੀਰ ਜੀ ਆਪਣੀ ਜਿਹੜੀ ਗੱਲਬਾਤ ਹੋ ਰਹੀ ਹੈ ਇਸ ਤੋਂ ਬਾਅਦ ਮੇਰੇ ਤੇ ਕੀ ਧਾਰਾ ਲਾਉਣ ਹੈ, ਇਸ ਚੀਜ਼ ਦਾ ਕੁਛ ਨਹੀਂ ਕਿਹਾ ਜਾ ਸਕਦਾ। ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ। ਇੱਥੇ ਤਾਂ ਕਾਨੂੰਨ ਦਾ ਰਾਜ ਨਹੀਂ, ਇੱਥੇ ਜੰਗਲ ਰਾਜ ਹੈ। ਹਾਂਜੀ ਬਿਲਕੁਲ। ਹਾਂ, ਪੰਜਾਬ ਦੇ ਵਿੱਚ ਵੀਰ ਜੀ ਜੰਗਲ ਰਾਜ ਹੈ। ਤੇ ਬਿਲਕੁਲ ਜਿੱਦਾਂ ਜੰਗਲ ਰਾਜ ਦੀ ਤੁਸੀਂ ਗੱਲ ਕਰਦੇ ਤਾਂ ਇਹਨਾਂ ਦੇ ਖਿਲਾਫ ਜਿੱਦਾਂ ਆਪਾਂ ਸੁਣਿਆ ਸੀ ਜੀ, ਸਾਰੇ ਪੰਥਕ ਮੋਰਚੇ ਜਿਹੜੇ ਪੰਥ ਦੋਖੀ ਜਿੱਦਾਂ ਕਹਿ ਲਓ ਜੀ, ਜਿਨ੍ਹਾਂ ਨੂੰ ਪੰਥ ਦੇ ਨਾਲ ਪਿਆਰ ਸੀਗਾ, ਉਹ ਕਹਿੰਦੇ ਸੀ ਵੀ ਅਸੀਂ ਇਕੱਠੇ ਹੋ ਕੇ ਇਹਨਾਂ ਖਿਲਾਫ ਸਿਰਫ ਇੱਕ ਜਿਹੜਾ ਆ ਇੱਕ ਹਲਕੇ ਤੋਂ ਇੱਕ ਜਣਾ ਅਸੀਂ ਖੜਾ ਕਰਾਂਗੇ। ਪਰ ਉਹ ਆਪਸ ਦੇ ਵਿੱਚ ਹੀ ਹੁਣ ਲੜਨ ਲੱਗੇ ਹੋਏ ਆ, ਅਤੇ ਇਸ ਦੇ ਨਾਲ ਜਿਹੜਾ ਕਹਿ ਲਓ ਬਾਦਲ ਟੀਮ ਨੂੰ ਇੱਕ ਬਹੁਤ ਹੁੰਗਾਰਾ ਮਿਲ ਰਿਹਾ ਵੀ ਇਹਨਾਂ ਨੇ ਤਾਂ ਆਪਸ ਵਿੱਚ ਹੀ ਲੜੀ ਜਾਣਾ, ਮੇਰਾ ਤਾਂ ਕੰਮ ਸੌਖਾ ਹੋ ਗਿਆ। ਸਾਡਾ ਕੁਐਸਚਨ ਵੀਰ ਜੀ ਇਹ ਆ ਵੀ ਤੁਸੀਂ ਪੰਥਕ ਮੋਰਚਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹਦੇ ਬਾਰੇ ਵੀ ਸਾਨੂੰ ਦੱਸੋ ਵੀ ਉਹਨਾਂ ਦੇ ਕੋਈ ਕੈਂਡੀਡੇਟ ਜਿੱਤ ਸਕਦਾ ਜਾਂ ਨਹੀਂ। ਸਾਰੇ ਵੀਰ ਜੀ ਪੰਜਾਬ ਦੀ ਬਜਾਏ ਜੇ ਇਕੱਲੇ ਸਾਡੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ 4 ਸੀਟਾਂ ਨੇ ਜੀ। ਉਹਨਾਂ 4 ਸੀਟਾਂ ਤੇ ਇਹਨਾਂ ਨੂੰ ਬਿਠਾਉਣ ਲਈ ਮੈਂ ਆਪਦੇ ਖਰਚੇ ਤੇ ਇਹਨਾਂ ਦੀਆਂ ਮੀਟਿੰਗਾਂ ਕਰਵਾਈਆਂ। ਹਾਂਜੀ। ਇਹਨਾਂ ਨੂੰ ਮੈਂ ਇੱਥੋਂ ਤੱਕ ਵਿਸ਼ਵਾਸ ਦਵਾਇਆ ਵੀ ਅਸੀਂ ਖਬਰਾਂ ਲਾਉਣੇ ਆ ਕਾਂਗਰਸ ਦੀਆਂ, ਮਨਪ੍ਰੀਤ ਬਾਦਲ ਦੀ ਪਾਰਟੀ ਦੀਆਂ, ਲੋਕ ਭਲਾਈ ਪਾਰਟੀ ਦੀਆਂ, ਬਹੁਜਨ ਸਮਾਜ ਪਾਰਟੀ ਦੀਆਂ, ਜਿੰਨੀਆਂ ਵੀ। ਹਾਂਜੀ। ਘੱਟ ਤੋਂ ਘੱਟ 3000 ਵੋਟ ਮੈਂ ਇੱਥੇ ਖੁਦ ਬਣਾਈ ਹੈ। ਹਾਂਜੀ। ਉਹ ਸਾਰੀਆਂ ਵੋਟਾਂ ਮੈਂ ਤਾਂ ਹੀ ਪਵਾਵਾਂ ਜੇਕਰ ਤੁਸੀਂ ਇੱਕ ਦੇ ਮੁਕਾਬਲੇ ਇੱਕ ਲੜੋ। ਬਿਲਕੁਲ। ਤੁਹਾਨੂੰ ਫੰਡ ਵੀ ਲੈ ਕੇ ਦੇਊਂਗਾ, ਇੱਕ ਦੇ ਮੁਕਾਬਲੇ ਇੱਕ ਲੜੋ, ਪਰ ਉਹ ਇੱਕ ਦੂਜੇ ਨੂੰ ਹਰਾਉਣ ਦੀ ਨਹੀਂ। ਬਈ ਮੈਂ ਨਹੀਂ ਜਿੱਤਦਾ ਤਾਂ ਇਹਨੂੰ ਵੀ ਨਹੀਂ ਜਿੱਤਣ ਦਿੰਦਾ। ਇਸ ਤਰੀਕੇ ਨਾਲ ਸਾਰੇ ਪੰਜਾਬ 'ਚ ਹੀ ਬਾਦਲ ਦਲ ਦੇ ਉਮੀਦਵਾਰਾਂ ਨੂੰ ਥਾਲੀ 'ਚ ਪਰੋਸ ਕੇ ਦਿੱਤੀਆਂ ਜਾ ਰਹੀਆਂ ਨੇ ਸੀਟਾਂ। ਹਾਂਜੀ। ਭਾਵੇਂ ਆਪਾਂ ਕਹਿ ਲਈਏ ਕਿ ਪੰਥਕ ਮੋਰਚੇ ਦੇ ਵਿੱਚ ਵੀ ਬਾਦਲ ਦਲ ਦੇ ਬੰਦਿਆਂ ਦੀ ਘੁਸਪੈਠ ਹੈ ਜਾਂ RSS ਦੀ ਕੋਈ ਚਾਲ ਹੈ, ਅੱਜ ਪੰਥਕ ਮੋਰਚਾ ਵੀ ਖੇਰੂ ਹੋਇਆ ਪਿਆ। ਹਾਂਜੀ ਜੀ 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 ਜੀ। ਤੋਂ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜਾ ਪੰਥਕ ਮੋਰਚਾ ਵੀ ਪੰਥ ਲਈ ਨਹੀਂ, ਸਿਰਫ ਆਪਣੇ ਲਈ ਹੀ ਲੜਨ ਨੂੰ ਖੜਾ ਹੋਇਆ ਆ। ਵੀ ਅਸੀਂ ਕਹੀਏ ਵੀ ਸਾਡੀਆਂ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਇੰਨੇ ਮੈਂਬਰ ਹੈਗੇ ਆ, ਅਤੇ ਇਸ ਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਵੀ ਬਹੁਤ ਹੀ ਮਾੜੇ ਹਾਲਾਤ ਚੱਲ ਰਹੇ ਆ ਪੰਜਾਬ ਦੇ ਵਿੱਚ। ਇਹ ਤਾਂ ਅਜੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਦੇ ਵਿੱਚ ਇਹ ਹਾਲਾਤ ਹੋ ਰਹੇ ਆ। ਗਾਂ ਥੋੜ੍ਹੇ ਮਹੀਨਿਆਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਆ, ਅਤੇ ਉਸ ਦੇ ਵਿੱਚ ਕੀ ਗੁੰਡਾ ਰਾਜ ਚੱਲੇਗਾ, ਕਿੰਨਾ ਜੰਗਲ ਰਾਜ ਹੋਏਗਾ, ਉਸ ਦੇ ਬਾਰੇ ਆਪਾਂ ਕੁਛ ਕਹਿ ਨਹੀਂ ਸਕਦੇ। ਜੀ ਜੀ ਬਿਲਕੁਲ। ਅਤੇ ਬਹੁਤ ਬਹੁਤ ਤੁਹਾਡਾ ਗੁਰਿੰਦਰ ਸਿੰਘ ਕੋਟਕਪੁਰਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਤੁਸੀਂ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਆਪਣੇ ਸਰੋਤਿਆਂ ਤਾਈਂ ਤੁਸੀਂ ਇਹ ਗੱਲਾਂ ਪਹੁੰਚਾਈਆਂ, ਅਤੇ ਕੀ ਉੱਥੇ ਇਸ ਟਾਈਮ ਹਾਲਾਤ ਚੱਲ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ, ਉਮੀਦਵਾਰਾਂ ਨੂੰ ਲੈ ਕੇ, ਅਤੇ ਕਿਹੜੇ ਜਿਹੜੇ ਉਮੀਦਵਾਰ ਆ, ਕਿੰਨੇ ਉਮੀਦਵਾਰ ਕਿਸ ਤਰੀਕੇ ਨਾਲ ਸਿੱਖੀ ਤੋਂ ਦੂਰ ਆ ਅਤੇ ਫਿਰ ਵੀ ਉਹ ਉਮੀਦਵਾਰ ਨੇ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ
ਗੁਰਿੰਦਰ ਸਿੰਘ ਜੀ ਕਾਲ। ਜੀ ਮੈਂ ਭਵਿੱਖ 'ਚ ਵੀ ਮੈਂ ਤਿਆਰ ਰਹੂੰਗਾ। ਜਦੋਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਜਾਊ, ਮੇਰੇ ਤੋਂ ਜਿਹੜੇ ਮਰਜ਼ੀ ਟੌਪਿਕ ਤੇ ਜੋ ਮਰਜ਼ੀ ਪੁੱਛ ਲਿਆ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੜਦਾ ਤੇ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ, ਪੰਜਾਬੀਆਂ ਦੀ ਆਪਣੀ ਆਵਾਜ਼, ਪੰਜਾਬੀ ਰੇਡੀਓ USA।